ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਐਨੀਬਡੀ ਕੈਨ ਲਰਨ ਜੀਕੇ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਆਪਣਾ ਪਾਰਟ 25ਵਾਂ ਦੇਖਾਂਗੇ। ਅੱਜ ਵੈਸੇ ਆਪਣੇ 25 ਪਾਰਟ ਵਿੱਚ ਦੇਖ ਰਹੇ ਹਾਂ ਆਪਾਂ। ਹਾਲਾਂਕਿ ਮੈਂ ਨਾ ਇਹਨੂੰ ਇੱਕ ਤਰ੍ਹਾਂ ਦੀ ਡੈਮੋ ਕਲਾਸ ਦੇ ਵਜੋਂ ਹੀ ਸਟਾਰਟ ਕੀਤਾ ਸੀਗਾ ਕਿ ਕਦੋਂ ਵੀਡੀਓ ਪਾ ਕੇ ਦੇਖਦੇ ਹਾਂ ਕਿ ਰਿਸਪੌਂਸ ਆਉਂਦਾ ਹੈ ਜਾਂ ਨਹੀਂ ਆਉਂਦਾ, ਬਟ ਤੁਹਾਡਾ ਰਿਸਪੌਂਸ ਕਾਫੀ ਅੱਛਾ ਆਇਆ ਅਤੇ ਆਪਾਂ ਇਸ ਸੀਰੀਜ਼ ਨੂੰ ਕੰਟੀਨਿਊ ਕਰ ਹੀ ਰਹੇ ਹਾਂ। ਦੇਖਦੇ ਹਾਂ ਅੱਗੇ। ਹਾਲੇ ਮੈਂ 500 ਕੁਐਸਚਨ 'ਤੇ ਵੀ ਰੁਕਣ ਵਾਲਾ ਨਹੀਂ ਹੈਗਾ, ਵੈਸੇ ਇਹਨੂੰ ਹੋਰ ਅੱਗੇ ਕੰਟੀਨਿਊ ਕਰਾਂਗਾ। ਚਲੋ ਆਪਾਂ ਸ਼ੁਰੂ ਕਰਦੇ ਹਾਂ। ਅਤੇ ਜੇਕਰ ਤੁਸੀਂ ਮੇਰੀ ਕੋਈ ਹੋਰ ਵੀਡੀਓਜ਼ ਵੀ ਦੇਖਣਾ ਚਾਹੁੰਦੇ ਹੋ ਤਾਂ ਉਸ ਲਈ ਤੁਸੀਂ ਆਹ ਹੈਸ਼ਟੈਗ ਯੂਜ਼ ਕਰ ਸਕਦੇ ਹੋ, ਹੈਸ਼ਟੈਗ ਸਟੱਡੀ ਵਿਦ ਸੁਨੀਲ ਜਿੰਦਲ। ਪਹਿਲਾ ਕੁਐਸਚਨ ਅੱਜ ਦਾ ਆਪਣਾ, ਦ ਬਾਊਂਡਰੀ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਵਾਜ਼ ਡੈਮੋਕਰੇਟਡ ਬਾਏ। ਯਾਨੀ ਕਿ ਜਿਹੜੀ ਵੀ ਆਪਣੀ ਬਾਊਂਡਰੀ ਬਣਦੀ ਆ ਪਾਕਿਸਤਾਨ ਦੇ ਨਾਲ, ਇੰਟਰਨੈਸ਼ਨਲ ਬਾਊਂਡਰੀ, ਉਸ ਲਾਈਨ ਦਾ ਕੀ ਨਾਮ ਹੈ। ਇਹਦੇ ਨਾਲ 4 ਲਾਈਨਾਂ ਦਿੱਤੀ ਗਈਆਂ ਨੇ, ਮੈਂ ਚਾਰੋਂ ਬਾਰੇ ਦੱਸ ਦਿੰਦਾ। ਪਹਿਲੀ ਗੱਲ ਤਾਂ ਇੰਡੀਆ ਅਤੇ ਪਾਕਿਸਤਾਨ ਦੀ ਜਿਹੜੀ ਲਾਈਨ ਹੈ ਉਹਦਾ ਨਾਂ ਹੈਗਾ ਰੈੱਡ ਕਲਿਫ ਲਾਈਨ। ਹਾਲਾਂਕਿ ਕਾਫੀ ਬੇਸਿਕ ਕੁਐਸਚਨ ਹੈ, ਬਟ ਹੋ ਸਕਦਾ ਕਿ ਕਈ ਸਟੂਡੈਂਟ ਨੂੰ ਇਹਦੇ ਬਾਰੇ ਨਾ ਪਤਾ ਹੋਵੇ। ਜਿਨ੍ਹਾਂ ਨੂੰ ਪਤਾ ਉਹਨਾਂ ਦੀ ਰਿਵੀਜ਼ਨ ਹੋਊਗੀ, ਜਿਨ੍ਹਾਂ ਨੂੰ ਨਹੀਂ ਪਤਾ ਉਹ ਪਹਿਲੀ ਵਾਰ ਦੇਖ ਲੈਣਗੇ। ਅਤੇ ਬਈ ਟਰਾਈ ਕਰੋਗੇ ਆਪਣੇ ਨੋਟਸ ਬਣਾਉਂਦੇ ਰਹੋ। ਨੋਟਸ ਬਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿਉਂਕਿ ਰਿਵੀਜ਼ਨ ਦੇ ਵਿੱਚ ਹੈਲਪ ਹੁੰਦੀ ਹੈ। ਹੁਣ ਮੰਨ ਲਓ ਜੇਕਰ ਮੇਰੀ ਇੱਕ ਵੀਡੀਓ 20 ਤੋਂ 25 ਮਿੰਟ ਦੀ ਹੈ ਅਤੇ ਤੁਸੀਂ ਰਿਵਾਈਜ਼ ਕਰਨੀ, ਫਿਰ ਤੁਸੀਂ ਦੁਬਾਰਾ ਆਪਣੇ 20 ਤੋਂ 25 ਮਿੰਟ ਦੇ ਇਹਦੇ ਉੱਪਰ ਇਨਵੈਸਟ ਕਰੋਗੇ। ਉਹਦੇ ਨਾਲ ਵਧੀਆ ਕਿ ਤੁਹਾਡੀ ਨੋਟਸ ਦੇ ਵਿੱਚ ਦੇਖੋ ਤੁਸੀਂ 2 ਤੋਂ 5 ਮਿੰਟ ਦੇ ਅੰਦਰ ਰਿਵਾਈਜ਼ ਕਰ ਲਓਗੇ। ਅਤੇ ਰਿਵੀਜ਼ਨ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਚੀਜ਼ ਦੇ ਲਈ, ਕਿਉਂਕਿ ਤੁਸੀਂ ਪੜ੍ਹ ਬਹੁਤ ਕੁਝ ਲਓਗੇ, ਜੇਕਰ ਰਿਵੀਜ਼ਨ ਨਹੀਂ ਕਰੋਗੇ ਤਾਂ ਤੁਹਾਡੇ ਦਿਮਾਗ ਵਿੱਚ ਨਹੀਂ ਇਹ ਚੀਜ਼ ਉਹ ਬੈਠੇਗੀ। ਪਹਿਲਾ ਆਪਸ਼ਨ ਹੈਗਾ ਡੂਰਨ ਲਾਈਨ। ਤਾਂ ਡੂਰਨ ਲਾਈਨ ਜਿਹੜਾ ਹੈਗਾ ਜੀ ਉਹ ਇੰਡੀਆ ਐਂਡ ਅਫਗਾਨਿਸਤਾਨ ਦੇ ਵਿੱਚ ਦੀ ਬਾਊਂਡਰੀ ਦਾ ਨਾਮ ਹੈ। ਹਾਲਾਂਕਿ ਇੰਡੀਆ ਦੀ ਉਹ ਬਾਊਂਡਰੀ ਹੈ ਜਿਹੜੀ ਪਾਕ ਓਕਿਓਪਾਈਡ ਕਸ਼ਮੀਰ ਦੇ ਅੰਦਰ ਹੈਗੀ ਆ, ਬਟ ਇੰਡੀਆ ਹਾਲੇ ਵੀ ਪਾਕ ਓਕਿਓਪਾਈਡ ਕਸ਼ਮੀਰ ਨੂੰ ਜਾਂ ਫਿਰ ਅਕਸਾਈ ਚੀਨ ਹੋਵੇ ਉਸ ਪਾਰਟ ਨੂੰ ਵੀ ਇੰਡੀਆ ਦਾ ਹੀ ਇੰਟੈਗਰਲ ਪਾਰਟ ਮੰਨਦਾ ਹੈਗਾ। ਤਾਂ ਉਸ ਬੇਸਿਸ 'ਤੇ ਆਪਾਂ ਕਹਿ ਸਕਦੇ ਹਾਂ ਕਿ ਇੰਡੀਆ ਅਤੇ ਅਫਗਾਨਿਸਤਾਨ ਦੀ ਜਿਹੜੀ ਬਾਊਂਡਰੀ ਹੈ ਇੰਟਰਨੈਸ਼ਨਲ ਬਾਊਂਡਰੀ, ਉਹਦਾ ਨਾਮ ਹੈਗਾ ਡੂਰਨ ਲਾਈਨ। ਉਸ ਤੋਂ ਬਾਅਦ ਆਪਸ਼ਨ ਹੈਗਾ ਮੈਕਮੋਹਨ ਲਾਈਨ। ਮੈਕਮੋਹਨ ਲਾਈਨ ਹੈਗੀ ਜੀ ਇੰਡੀਆ ਅਤੇ ਚਾਈਨਾ ਦੇ ਵਿੱਚ ਦੀ ਜਿਹੜੀ ਇੰਟਰਨੈਸ਼ਨਲ ਬਾਊਂਡਰੀ ਹੈ ਉਸ ਦਾ ਨਾਮ ਹੈਗਾ। ਅਤੇ ਉਸ ਤੋਂ ਬਾਅਦ ਹੈਗਾ ਜੀ ਮੈਗਨੋਟ ਲਾਈਨ। ਜਿਹੜੀ ਮੈਗਨੋਟ ਲਾਈਨ ਹੈ ਉਹ ਫਰਾਂਸ ਅਤੇ ਜਰਮਨੀ ਦੇ ਵਿੱਚ ਹੈ। ਇੱਕ ਨਾ USA ਅਤੇ ਕੈਨੇਡਾ ਬਾਰੇ ਬਹੁਤ ਪੁੱਛਿਆ ਜਾਂਦਾ ਹੈ ਕਿ USA ਅਤੇ ਕੈਨੇਡਾ ਦੀ ਆਈ ਥਿੰਕ ਸਪੈਲਿੰਗ ਗਲਤ ਹੋ ਗਈ, ਕੋਈ ਨਹੀਂ। USA ਅਤੇ ਕੈਨੇਡਾ ਦੇ ਵਿੱਚ ਜਿਹੜੀ ਬਾਊਂਡਰੀ ਲਾਈਨ ਹੈ ਉਹਦਾ ਕੀ ਨਾਮ ਹੈਗਾ, ਤਾਂ ਉਹਦਾ ਨਾਮ ਹੈਗਾ ਜੀ 49th ਪੈਰਲਲ ਲਾਈਨ। ਤਾਂ ਇਹਦੇ ਕੁਝ ਬਾਊਂਡਰੀਜ਼ ਨੇ ਪੁੱਛ ਲਿੱਤੀ ਜਾਂਦੀ ਐਗਜ਼ਾਮ ਦੇ ਵਿੱਚ, ਯਾਦ ਰੱਖਿਓ। ਉਸ ਤੋਂ ਬਾਅਦ ਕੁਐਸਚਨ ਹੈਗਾ ਕਿ ਇਹਨਾਂ ਵਿੱਚੋਂ ਕਿਹੜਾ ਕੌਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਹੈਗਾ ਜਿਸ ਦੇ ਵਿੱਚ ਜਿਹੜਾ ਵੋਟਿੰਗ ਰਾਈਟ ਹੈ, ਵੋਟਿੰਗ ਦੀ ਏਜ ਹੈ, ਉਹ 21 ਸਾਲਾਂ ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ। ਯਾਨੀ ਕਿ ਜੋ ਆਦਮੀ 18+ ਹੋ ਜਾਂਦਾ ਹੈਗਾ, ਆਦਮੀ ਕਹਿਣਾ ਕਿ ਗਲਤ ਹੋਏਗਾ, ਹਿਊਮਨ ਬੀਂਗ ਕਹਿਣਾ, ਕਿਉਂਕਿ ਉਹਦੇ ਵਿੱਚ ਆਦਮੀ ਦੇ ਵਿੱਚ ਵੀਰੇ ਕੁੜੀ ਦਾ ਵਰਡ ਨਹੀਂ ਹੋ ਜਾਂਦਾ ਹੈਗਾ। ਹਿਊਮਨ ਬੀਂਗ ਜਿਹਦੀ ਭਾਵੇਂ ਉਹ ਮੇਲ ਹੈ ਜਾਂ ਫੀਮੇਲ ਹੈ, ਜਿੱਦਾਂ ਉਹ 18+ ਹੋ ਜਾਂਦਾ ਹੈਗਾ ਤਾਂ ਉਹਨੂੰ ਵੋਟਿੰਗ ਰਾਈਟ ਦੇ ਦਿੰਦਾ ਹੈ ਆਪਣਾ ਕੌਨਸਟੀਟਿਊਸ਼ਨ। ਤਾਂ ਇਹ ਹੋਇਆ ਸੀਗਾ ਜੀ 61st ਅਮੈਂਡਮੈਂਟ ਐਕਟ ਦੇ ਦੌਰਾਨ। ਅਤੇ ਤੁਹਾਨੂੰ ਇਸ ਗੱਲ ਦਾ ਤਾਂ ਪਤਾ ਹੀ ਹੋਏਗਾ ਕਿ ਜੇ ਆਪਣਾ ਜਿਹੜਾ ਆਰਟੀਕਲ ਹੈ 368 ਉਹ ਸਾਡੇ ਲੈਜਿਸਲੇਸ਼ਨ ਨੂੰ ਪਾਵਰ ਦਿੰਦਾ ਹੈਗਾ ਕਿ ਕੌਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਕੀਤੀ ਜਾ ਸਕਦੀ ਹੈ। ਇਹ ਆਰਟੀਕਲ ਵੀ ਬਹੁਤ ਵਾਰ ਪੁੱਛਿਆ ਗਿਆ ਅਤੇ ਮੈਂ ਬਹੁਤ ਵਾਰ ਤੁਹਾਨੂੰ ਦੱਸ ਚੁੱਕਿਆ ਹੈਗਾ ਅਤੇ ਬਾਰ-ਬਾਰ ਮੈਂ ਇਸ ਕਰਕੇ ਦੱਸਦਾ ਕਿ ਤੁਹਾਨੂੰ ਆਹ ਯਾਦ ਹੀ ਹੋ ਜੇ। ਨੈਕਸਟ ਹੈ ਵਰਲਡ ਇਨਵਾਇਰਮੈਂਟ ਡੇ ਇਜ਼ ਸੈਲੀਬ੍ਰੇਟਡ ਔਨ। ਯਾਨੀ ਕਿ ਜਿਹੜਾ ਵਰਲਡ ਇਨਵਾਇਰਮੈਂਟ ਡੇ ਹੈ ਉਹ ਆਪਾਂ ਸੈਲੀਬ੍ਰੇਟ ਕਦੋਂ ਕਰਦੇ ਹਾਂ, ਉਹ ਕਰਦੇ ਹਾਂ ਜੀ 5 ਜੂਨ ਨੂੰ, ਜੂਨ 5। ਨੈਕਸਟ ਕੁਐਸਚਨ ਹੈਗਾ ਮੇਧਾ ਪਾਟਕਰ ਇਜ਼ ਰਿਲੇਟਡ ਟੂ ਵਿਚ ਮੂਵਮੈਂਟ। ਯਾਨੀ ਕਿ ਮੇਧਾ ਪਾਟਕਰ ਜਿਹੜੀ ਹੈ ਕਿਸ ਅੰਦੋਲਨ ਨਾਲ ਸੰਬੰਧਿਤ ਹੈ, ਤਾਂ ਜੀ ਇੱਕ ਤਾਂ ਉਹ ਸੰਬੰਧਿਤ ਨੇ ਜੀ ਨਰਮਦਾ ਬਚਾਓ ਅੰਦੋਲਨ ਦੇ ਲਈ। ਦੂਜੀ ਗੱਲ ਘਰ ਬਚਾਓ ਘਰ ਬਣਾਓ ਅੰਦੋਲਨ। ਇਹ 2 ਅੰਦੋਲਨ ਤਾਂ ਜੀ ਕਾਫੀ ਜ਼ਿਆਦਾ ਫੇਮਸ ਨੇ, ਲੇਕਿਨ ਮੋਸਟਲੀ ਐਗਜ਼ਾਮ ਦੇ ਵਿੱਚ ਨਾ ਨਰਮਦਾ ਬਚਾਓ ਅੰਦੋਲਨ ਬਾਰੇ ਹੀ ਪੁੱਛਿਆ ਜਾਂਦਾ ਹੈਗਾ। ਤਾਂ ਆਨਸਰ ਹੋ ਜਾਊਗਾ ਇਹਦਾ ਆਪਸ਼ਨ ਨੰਬਰ B। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ, ਅਤੇ ਅਗਲੇ ਕੁਐਸਚਨ ਤੋਂ ਜਾਣ ਤੋਂ ਪਹਿਲਾਂ ਨਾ ਇੱਕ ਹਲਕੀ ਜਿਹੀ ਮੈਂ ਤੁਹਾਨੂੰ ਮੋਟੀਵੇਸ਼ਨ ਟਿਪ ਦਿੰਦਾ ਕਿ ਜਦੋਂ ਵੀ ਮੰਨ ਲਓ ਤੁਸੀਂ ਆਹ ਗਰਾਊਂਡ ਹੈ ਅਤੇ ਆਹ ਸਕਸੈਸ ਪੁਆਇੰਟ ਹੈ, ਇੱਥੇ ਨਾ ਤੁਸੀਂ ਛਲਾਂਗ ਮਾਰ ਕੇ ਨਹੀਂ ਪਹੁੰਚ ਸਕਦੇ ਹੈਗੇ। ਤੁਹਾਨੂੰ ਸਟੈਪ ਬਾਏ ਸਟੈਪ ਚੜ੍ਹਨਾ ਹੀ ਪਏਗਾ ਅਤੇ ਕੰਸਿਸਟੈਂਸੀ ਦਿਖਾਉਣੀ ਪਊਗੀ। ਦੂਜੀ ਗੱਲ ਤਾਂ ਆਹ ਚੀਜ਼ ਨਾ ਤੁਸੀਂ ਸਟੈਪ ਬਾਏ ਸਟੈਪ ਨਾਲ ਕਦੋਂ ਚਲੋਗੇ ਨਾ, ਜਦੋਂ ਤੁਹਾਡੇ ਵਿੱਚ ਨਾ ਕੁਝ ਕਰਨ ਦੀ ਅੱਗ ਹੋਏਗੀ, ਯਾਨੀ ਕਿ ਭੁੱਖ ਹੋਏਗੀ ਤੁਹਾਡੇ ਵਿੱਚ ਵੀ, ਹਾਂ ਵੀ ਮੈਂ ਇਸ ਪੁਆਇੰਟ 'ਤੇ ਪਹੁੰਚਣਾ ਹੀ ਪਹੁੰਚਣਾ ਹੈਗਾ। ਇਹ ਚੀਜ਼ ਨਾ ਹਰ ਇੱਕ ਫੀਲਡ ਦੇ ਵਿੱਚ ਐਪਲੀਕੇਬਲ ਹੈ। ਭਾਵੇਂ ਮੰਨ ਲਓ ਤੁਸੀਂ ਸਪੋਰਟਸ ਦੇ ਵਿੱਚ ਆਪਣਾ ਕਰੀਅਰ ਬਣਾਉਣਾ ਹੈਗਾ, ਜੇ ਤੁਸੀਂ ਉੱਥੇ ਵੀ 100% ਐਫਰਟ ਨਹੀਂ ਦਿਖਾਓਗੇ ਨਾ ਤਾਂ ਸਪੋਰਟ ਵਿੱਚ ਵੀ ਤੁਹਾਡਾ ਕੁਛ ਨਹੀਂ ਹੋਣਾ। ਬਿਜ਼ਨਸ ਦੇ ਵਿੱਚ ਦਿਖਾਉਣਾ ਉੱਥੇ ਵੀ ਐਫਰਟ ਦਿਖਾਉਣੇ ਪੈਣੇ ਆ। ਅਤੇ ਇੱਦਾਂ ਹੀ ਹੈਗਾ ਵੀ ਜੇ ਤੁਸੀਂ ਸਿਵਲ ਸਰਵੈਂਟ ਬਣਨਾ ਹੈਗਾ ਤਾਂ ਉੱਥੇ ਤੁਹਾਨੂੰ ਐਫਰਟ ਪੂਰੇ ਦਿਖਾਉਣੇ ਪੈਣੇ ਕਿ ਹਾਂ ਮੈਂ ਕਰਨਾ ਹੈਗਾ। ਆਹ ਨਹੀਂ ਹੈਗਾ ਵੀ ਟਾਈਮ ਪਾਸ ਪੇਪਰ ਆਏ ਤਾਂ ਪੜ੍ਹ ਲਿਆ ਇੱਦਾਂ। ਚੀਜ਼ਾਂ ਨੂੰ ਨਾ ਸਮਝਣ ਦੀ ਕੋਸ਼ਿਸ਼ ਕਰਿਆ ਕਰੋ। ਅਤੇ ਮੈਂ ਵੀ ਟਰਾਈ ਕਰਦਾ ਤੁਹਾਨੂੰ ਕਿ ਕੁਐਸਚਨ ਦਾ ਆਨਸਰ ਤਾਂ ਦੇਵਾਂ,
ਨਾਲੇ ਡਿਸਕਸ ਵੀ ਕਰਾਂ ਕਿ ਇੱਦਾਂ ਆਇਆ ਹੈਗਾ ਤਾਂ ਕਿਉਂ ਆਇਆ ਹੈਗਾ, ਕਿਉਂਕਿ ਮੈਨੂੰ ਵੀ ਉਦੋਂ ਹੀ ਸੈਟਿਸਫੈਕਸ਼ਨ ਮਿਲਦੀ ਹੈ ਕਿ ਸਿਰਫ ਕੁਐਸਚਨ ਦੱਸ ਕੇ ਆਨਸਰ ਦੱਸਿਆ ਜਾਵੇ, ਉਹਦੇ ਬਾਰੇ ਹੋਰ ਡਿਟੇਲ ਦਿੱਤੀ ਜਾਵੇ। ਤਾਂ ਹੀ ਮੈਂ ਐਕਸਟਰਾ ਡਿਟੇਲ ਦਿੰਦਾ, ਅਤੇ ਐਕਸਟਰਾ ਡਿਟੇਲ ਵਿੱਚ ਵੀ ਕੁਐਸਚਨ ਵਿੱਚ ਆ ਸਕਦਾ ਪੇਪਰ ਦੇ ਵਿੱਚ ਕੁਐਸਚਨ ਉਹਦਾ, ਤਾਂ ਟਰਾਈ ਕਰੋ ਕਿ ਨੋਟਸ ਬਣਾਓ ਆਪਣੇ। ਅਗਲਾ ਕੁਐਸਚਨ ਹੈਗਾ ਜੀ, ਇਹਨਾਂ ਵਿੱਚੋਂ ਕਿਹੜਾ ਐਨੀਮਲ ਹੈ ਜਿਹੜਾ ਸਭ ਤੋਂ ਜ਼ਿਆਦਾ ਟਾਈਮ ਤੱਕ ਰਹਿ ਸਕਦਾ ਹੈ ਵਿਦਆਊਟ ਡਰਿੰਕਿੰਗ ਵਾਟਰ, ਯਾਨੀ ਕਿ ਬਿਨਾਂ ਪਾਣੀ ਪੀਏ ਰਹਿ ਸਕਦਾ ਹੈਗਾ। ਹਾਲਾਂਕਿ ਆਪਾਂ ਨਾ ਆਪਣੇ ਸਕੂਲਸ ਦੇ ਵਿੱਚ ਪੜ੍ਹਿਆ ਸੀਗਾ ਕਿ ਕੈਮਲ ਨੂੰ ਰੇਗਿਸਤਾਨ ਦਾ ਜਹਾਜ਼ ਕਿਹਾ ਜਾਂਦਾ ਹੈ, ਉਹ ਲੰਬੇ ਟਾਈਮ ਤੱਕ ਬਿਨਾਂ ਪਾਣੀ ਦੇ ਰਹਿ ਸਕਦਾ ਹੈ ਕਿਉਂਕਿ ਉਹ ਸਟੋਰ ਕਰ ਲੈਂਦਾ ਸੀਗਾ। ਬਟ ਇਸ ਕੇਸ ਦੇ ਵਿੱਚ ਨਾ ਇਹਦਾ ਆਨਸਰ ਨਾ ਗਲਤ ਹੋ ਜਾਏਗਾ, ਕੈਮਲ ਲਾਵਾਂਗੇ ਜੇ ਆਪਾਂ। ਇਸ ਕੇਸ ਵਿੱਚ ਜਿਹੜਾ ਕੈਂਗਾਰੂ ਰੈਟ ਹੈਗਾ ਉਹ ਇਸ ਦਾ ਸਹੀ ਆਨਸਰ ਹੁੰਦਾ ਹੈਗਾ। ਹਾਲਾਂਕਿ ਤੁਸੀਂ ਜਾਣ ਕੇ ਤਾਜੁਬ ਹੋਵੋਗੇ ਕਿ ਆਪਣੀ ਪੂਰੀ ਲਾਈਫ ਦੇ ਵਿੱਚ ਨਾ ਇਹਨੂੰ ਪਾਣੀ ਪੀਣ ਦੀ ਵੈਸੇ ਲੋੜ ਹੀ ਨਹੀਂ ਹੁੰਦੀ ਹੈਗੀ, ਪੀ ਲਵੇ ਤਾਂ ਵੱਖਰੀ ਗੱਲ ਹੈ, ਉਹ ਤੁਸੀਂ ਪੜ੍ਹ ਪਾ ਰਹੇ ਹੋ, ਕਿਉਂਕਿ ਇਹਨੂੰ ਪਾਣੀ ਪਤਾ ਕਿੱਧਰੋਂ ਮਿਲ ਜਾਂਦਾ ਹੈਗਾ, ਇਹਦੇ ਮੈਟਾਬੋਲਿਜ਼ਮ ਤੋਂ। ਕਿਉਂਕਿ ਜਿਹੜੇ ਸੀਡ ਵਗੈਰਾ ਖਾਂਦਾ ਨਾ, ਉਹਦੀ ਆਕਸੀਡੇਸ਼ਨ ਕਰਕੇ ਜਿਹੜਾ ਪਾਣੀ ਹੈ ਉਹ ਜਿਹੜਾ ਮਿਲਦਾ ਹੈ ਉੱਧਰੋਂ ਹੀ ਇਹ ਆਪਣਾ ਵਾਟਰ ਐਬਜ਼ਰਵ ਕਰ ਲੈਂਦਾ, ਇਹਨੂੰ ਪੀਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਆਫਟਰ ਲਿਖਿਆ ਹੀ ਹੋਇਆ ਤੇ ਡਰਿੰਕਿੰਗ ਵਾਟਰ। ਤਾਂ ਕੀ ਕਰਦਾ ਹੈਗਾ ਵੀ ਇਹਨੂੰ ਜਿੰਦਾ ਰਹਿਣ ਲਈ ਨਾ ਪਾਣੀ ਪੀਣ ਦੀ ਕੋਈ ਲੋੜ ਨਹੀਂ ਹੈ ਇਹਦੀ, ਤਾਂ ਆਨਸਰ ਹੋ ਜਾਊਗਾ ਆਪਸ਼ਨ ਨੰਬਰ ਡੀ। ਹਾਲਾਂਕਿ ਮੈਂ ਵੀ ਇਹਦੇ ਬਾਰੇ ਫਸਟ ਟਾਈਮ ਹੀ ਪੜ੍ਹਿਆ ਸੀਗਾ ਅਤੇ ਕਾਫੀ ਜ਼ਿਆਦਾ ਮੈਨੂੰ ਵੀ ਤਾਜੁਬ ਹੋਇਆ ਸੀਗਾ। ਨੈਕਸਟ ਹੈ, ਵਾਟ ਇਜ਼ ਦਾ ਰੋਲ ਆਫ ਅਲਟਰਾ ਵਾਇਲਟ ਰੇਡੀਏਸ਼ਨ ਇਨ ਵਾਟਰ ਪਿਊਰੀਫਿਕੇਸ਼ਨ ਸਿਸਟਮ। ਤੁਸੀਂ ਦੇਖਿਆ ਹੋਣਾ ਨੇ ਅੱਜ ਕੱਲ੍ਹ ਜੀ ਐਡ ਆਉਂਦੀ ਹੈ ਇੱਕ ਹੇਮਾ ਮਾਲਿਨੀ ਜੀ ਦੀ ਕਿ ਕੈਂਟ ਦੇਤਾ ਹੈ ਸਭਸੇ ਸ਼ੁੱਧ ਪਾਣੀ, ਇੱਦਾਂ ਦਾ ਕਰਕੇ। ਤਾਂ ਯੂਵੀ ਰੇਜ਼ ਦੇ ਬਾਰੇ ਦੱਸਿਆ ਹੋਇਆ ਕਿ ਯੂਵੀ ਰੇਡੀਏਸ਼ਨ ਨਾਲ ਪਾਣੀ ਕਿੱਦਾਂ ਸਾਫ਼ ਹੁੰਦਾ ਹੈਗਾ। ਤਾਂ ਦੋ ਸਟੇਟਮੈਂਟ ਦਿੱਤੀਆਂ, ਕਿਹੜੀ ਸਹੀ ਹੈ ਕਿਹੜੀ ਗਲਤ ਹੈ ਉਹ ਦੇਖਦੇ ਹਾਂ ਆਪਾਂ। ਪਹਿਲਾ ਕਿਹਾ ਹੈ ਕਿ ਇਟ ਐਕਟੀਵੇਟਸ ਕਿਲ ਦਾ ਹਾਰਮਫੁਲ ਮਾਈਕਰੋ ਆਰਗੈਨਿਜ਼ਮ ਇਨ ਵਾਟਰ। ਦੂਜੀ ਸਟੇਟਮੈਂਟ ਕਹਿੰਦੀ ਹੈ ਜੀ ਇਟ ਰਿਮੂਵਸ ਓਲ ਅਨਡਿਜ਼ਾਇਰੇਬਲ ਆਰਡਰ ਫਰੋਮ ਦਾ ਵਾਟਰ। ਆਰਡਰ ਦਾ ਮਤਲਬ ਹੈ ਕਿ ਜਿਹੜੀ ਵੀ ਬਦਬੂ ਹੁੰਦੀ ਹੈ ਉਹ ਅਨਡਿਜ਼ਾਇਰੇਬਲ ਹੈ, ਯਾਨੀ ਕਿ ਆਪਾਂ ਚਾਹੁੰਦੇ ਨਹੀਂ ਕਿ ਪਾਣੀ ਦੇ ਵਿੱਚ ਬਦਬੂ ਆਵੇ, ਤਾਂ ਉਹਨੂੰ ਵੀ ਦੂਰ ਕਰਦਾ ਹੈਗਾ। ਅਤੇ ਹੁਣ ਆਪਾਂ ਦੇਖ ਲੈਂਦੇ ਹਾਂ ਜੀ ਅਲਟਰਾ ਵਾਇਲਟ ਰੇਡੀਏਸ਼ਨ ਦੇ ਨਾਲ ਕੀ ਫਰਕ ਪੈਂਦਾ ਹੈਗਾ। ਪਹਿਲੀ ਗੱਲ ਕੀ ਕਰਦਾ ਆਹ, ਜਿਹੜਾ ਪਾਣੀ ਦੇ ਵਿੱਚ ਡਿਸਇਨਫੈਕਟਿੰਗ ਬੈਕਟੀਰੀਆ ਹੁੰਦਾ ਹੈਗਾ ਉਹਨੂੰ ਖਤਮ ਕਰਦੇ ਹੈ ਜੀ। ਪਹਿਲੀ ਗੱਲ ਤਾਂ ਯਾਨੀ ਕਿ ਜਿਹੜੇ ਹਾਰਮਫੁਲ ਮਾਈਕਰੋ ਆਰਗੈਨਿਜ਼ਮ ਨੇ ਉਹਨਾਂ ਨੂੰ ਖਤਮ ਕਰਦਾ, ਨਾਲੇ ਉਹਨਾਂ ਦੇ ਰੀਪਰੋਡਿਊਸਿੰਗ ਦੀ ਐਬਿਲਿਟੀ ਨੂੰ ਵੀ ਖਤਮ ਕਰਦਾ ਹੈਗਾ। ਯਾਨੀ ਕਿ ਬੈਕਟੀਰੀਆ ਨੂੰ ਤਾਂ ਮਾਰਤਾ, ਉਹ ਦੁਬਾਰਾ ਨਾ ਜੰਮੇ ਇਸ ਨੂੰ ਵੀ ਉਹ ਜਿਹੜਾ ਹੈ ਸ਼ੋਰ ਕਰਦਾ ਹੈਗਾ। ਅਤੇ ਦੂਜੀ ਗੱਲ ਹੈ ਕਿ ਇਹ ਪਾਣੀ ਦਾ ਨਾ ਕੋਈ ਟੇਸਟੀ ਆਊਟਰ ਚੇਂਜ ਨਹੀਂ ਕਰਦਾ ਹੈਗਾ। ਤਾਂ ਦੈਟ ਮੀਨਸ ਆਪਣੀ ਇੱਕ ਸਟੇਟਮੈਂਟ ਤਾਂ ਸਹੀ ਹੋ ਜਾਊਗੀ, ਦੂਜੀ ਗਲਤ ਹੋ ਜਾਊਗੀ। ਅਤੇ ਪੁੱਛਿਆ ਕਿਹੜੀ ਸਹੀ ਆ, ਤਾਂ ਜੀ ਉਹ ਉੱਪਰ ਵਾਲੀ ਸਹੀ ਆ, ਆਪਸ਼ਨ ਨੰਬਰ ਏ। ਨੈਕਸਟ ਹੈ, ਇਹ ਸਪੀਸੀਜ਼ ਇਜ਼ ਕੰਸੀਡਰ ਟੂ ਬੀ ਐਕਸਟਿੰਕਟ ਇਫ ਇਟ ਹੈਜ਼ ਨੋਟ ਬੀਨ ਸੀਨ ਇਨ ਨੈਚੁਰਲ ਹੈਬੀਟੇਟ ਫੋਰ। ਤੁਸੀਂ ਦੇਖਿਆ ਹੋਣਾ ਨਾ ਡੇਂਜਰ ਸਪੀਸੀਜ਼ ਵਗੈਰਾ ਵਗੈਰਾ ਕਿ ਇਹ ਚੀਜ਼ ਪ੍ਰਜਾਤੀ ਖਤਮ ਹੋਣ ਵਾਲੀ ਹੈ। ਇਹ ਚੀਜ਼ ਨਾ ਆਪਾਂ ਕਿਸ ਚੀਜ਼ ਦੇ ਬੇਸਿਸ 'ਤੇ ਡਿਸਾਈਡ ਕਰਦੇ ਹਾਂ, ਕਿਉਂਕਿ ਜਿਹੜਾ ਨੈਚੁਰਲ ਹੈਬੀਟੇਟ ਹੁੰਦਾ ਨਾ ਉੱਥੇ ਜਿੱਥੇ ਨੈਚੁਰਲੀ ਪਾਈ ਜਾਂਦੇ ਨੇ, ਉਹਦੇ ਵਿੱਚ ਉਹ ਲਗਾਤਾਰ ਕਿੰਨੇ ਸਾਲ ਤੱਕ ਨਾ ਦੇਖਿਆ ਜਾਵੇ ਜਾਂ ਘੱਟ ਸੰਖਿਆ ਦੇ ਵਿੱਚ ਦੇਖਿਆ ਜਾਵੇ, ਤਾਂ ਜਾ ਕੇ ਉਸਨੂੰ ਆਪਾਂ ਕਹਿ ਸਕਦੇ ਹਾਂ ਕਿ ਆਹ ਜਿਹੜੀ ਪ੍ਰਜਾਤੀ ਹੈ ਖਤਮ ਹੋਣ ਵਾਲੀ ਹੈ। ਤਾਂ ਇਹਦਾ ਆਨਸਰ ਹੈਗਾ ਜੀ 50 ਈਅਰਸ, ਆਪਸ਼ਨ ਨੰਬਰ ਡੀ। ਮਤਲਬ ਕਿ ਜਿਹੜੇ ਇੰਟਰਨੈਸ਼ਨਲ ਯੂਨੀਅਨ ਜਾਂ ਫਿਰ ਕੰਜ਼ਰਵੇਸ਼ਨ ਆਫ ਨੇਚਰ ਹੈ ਉਹਨੇ ਕਿਹਾ ਹੈਗਾ ਜੀ ਜੇਕਰ ਇਹ ਸਪੀਸੀਜ਼ ਨੋਟ ਲੋਕੇਟਡ ਡਿਊਰਿੰਗ ਦਾ ਲਾਸਟ 50 ਈਅਰ ਇਜ਼ ਕੰਸੀਡਰ ਟੂ ਬੀ ਐਕਸਟਿੰਕਟ, ਯਾਨੀ ਕਿ ਪਿਛਲੇ 50 ਸਾਲਾਂ ਦੇ ਵਿੱਚ ਨਾ ਦੇਖੀ ਜਾਵੇ ਤਾਂ ਉਹਨੂੰ ਕਹਿ ਸਕਦੇ ਹਾਂ ਕਿ ਐਕਸਟਿੰਕਟ ਹੋ ਚੁੱਕੀ ਹੈ। ਉਸ ਤੋਂ ਬਾਅਦ ਹੈ ਮੇਨ ਰੋਲ ਆਫ ਸੋਲਰ ਰੇਡੀਏਸ਼ਨ ਇਜ਼ ਇਨ, ਯਾਨੀ ਕਿ ਜੋ ਸੂਰਜ ਦੀ ਰੋਸ਼ਨੀ ਆਪਾਂ ਨੂੰ ਪੈਂਦੀ ਹੈ ਉਹਦਾ ਮੇਨ ਰੋਲ ਕਿਹਦੇ ਵਿੱਚ ਹੁੰਦਾ, ਕਾਰਬਨ ਸਾਈਕਲ, ਹਾਈਡਰੋਜਨ ਸਾਈਕਲ, ਵਾਟਰ ਸਾਈਕਲ ਜਾਂ ਨਾਈਟ੍ਰੋਜਨ ਸਾਈਕਲ। ਤਾਂ ਵੀ ਜਿਹੜਾ ਸੋਲਰ ਰੇਡੀਏਸ਼ਨ ਹੈ ਨਾ ਉਹ ਕੀ ਕਰਦਾ ਹੈਗਾ, ਵਾਟਰ ਸਾਈਕਲ ਨੂੰ ਚਲਾਉਂਦਾ ਹੈਗਾ। ਵਾਟਰ ਸਾਈਕਲ ਨੂੰ ਕਿੱਦਾਂ ਚਲਾਉਂਦਾ ਹੈਗਾ ਉਹ ਆਪਾਂ ਦੇਖ ਲੈਂਦੇ ਹਾਂ, ਕਿਉਂਕਿ ਤੁਹਾਨੂੰ ਇੱਦਾਂ ਸਮਝ ਨਹੀਂ ਆਉਣਾ, ਤੁਹਾਨੂੰ ਇੱਦਾਂ ਸਮਝ ਆਏਗਾ। ਤੁਸੀਂ ਇਹ ਪੂਰੇ ਪ੍ਰੋਸੈਸ ਵਿੱਚ ਪਾਣੀ ਤਾਂ ਦੇਖ ਰਹੇ ਹੋ ਲੇਕਿਨ ਸੂਰਜ ਵੀ ਦੇਖ ਰਹੇ ਹੋ। ਹੁਣ ਹੋ ਕੀ ਰਿਹਾ ਹੈਗਾ, ਸੂਰਜ ਦੀ ਕਿਰਨਾਂ ਨਾਲ ਕੀ ਹੋ ਰਿਹਾ ਜੀ, ਪਾਣੀ ਇਵੈਪੋਰੇਟ ਹੋ ਰਿਹਾ ਹੈਗਾ। ਇਵੈਪੋਰੇਟ ਹੋਣ ਤੋਂ ਬਾਅਦ ਹਵਾ ਗਰਮ ਹੋਊਗੀ ਅਤੇ ਉੱਪਰ ਜਾਊਗੀ, ਅਤੇ ਫਿਰ ਕੀ ਉਹ ਬੱਦਲਾਂ ਦੇ ਵਿੱਚ ਜਾ ਕੇ ਕੰਡੈਂਸੇਸ਼ਨ ਹੋਊਗੀ, ਅਤੇ ਬਾਅਦ ਵਿੱਚ ਉਹਨਾਂ ਪ੍ਰੈਸਪੀਰੇਟ ਬਣ ਕੇ ਉਹਨੇ ਵਰਖਾ ਦੇ ਤੌਰ 'ਤੇ ਥੱਲੇ ਆ ਜਾਣਾ। ਅਤੇ ਬੇਸਿਕਲੀ ਫਿਰ ਕੀ ਹੁੰਦਾ ਹੈਗਾ, ਪਾਣੀ ਦੁਬਾਰਾ ਇਕੱਠਾ ਇੱਥੇ ਹੀ ਹੋ ਗਿਆ ਹੈਗਾ। ਦੈਟ ਮੀਨਸ evaporating water from the ocean, lake and river, it form water vapor and clouds where water droplets eventually gain enough mass to fall back to earth, ਯਾਨੀ ਕਿ ਦੁਬਾਰਾ ਉਹ ਵਾਪਸ ਧਰਤੀ 'ਤੇ ਵਾਪਸ ਗਿਰ ਜਾਂਦਾ ਹੈ। ਇਸ ਤਰ੍ਹਾਂ ਤਾਂ ਹੋਇਆ ਕੀ ਹੈ ਬੇਸਿਕਲੀ ਕਿ ਨਾ ਪੂਰਾ ਵਾਟਰ ਸਾਈਕਲ ਕੰਪਲੀਟ ਹੋ ਗਿਆ। ਦੈਟ ਮੀਨਸ ਜਿਹੜਾ ਮੇਨ ਰੋਲ ਹੈ ਸੋਲਰ ਰੇਡੀਏਸ਼ਨ ਦਾ ਉਹ ਵਾਟਰ ਸਾਈਕਲ ਦੇ ਵਿੱਚ ਹੈਲਪ ਕਰਦਾ ਹੈ। ਆਨਸਰ ਹੋ ਜਾਊਗਾ ਆਪਸ਼ਨ ਨੰਬਰ ਸੀ। ਅਤੇ ਮੈਂ ਫਿਰ ਉਹੀ ਗੱਲ ਰਿਪੀਟ ਕਰਾਂਗਾ ਬਾਰ-ਬਾਰ, ਕਿਉਂਕਿ ਤੁਸੀਂ ਲੋਕ ਦੇਖਦੇ ਤਾਂ ਬਹੁਤ ਅੱਛੀ ਕੁਆਂਟਿਟੀ ਦੇ ਵਿੱਚੋਂ ਲੇਕਿਨ ਸਬਸਕ੍ਰਾਈਬ ਬਹੁਤ ਘੱਟ ਲੋਕ ਕਰਦੇ ਜਾਂਦੇ ਹੋ। ਤਾਂ ਜੀ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ। PDF ਤੁਹਾਨੂੰ ਟੈਲੀਗ੍ਰਾਮ 'ਤੇ ਮਿਲੇਗੀ, ਅਤੇ
ਕੋਈ ਕੁਐਰੀ ਪੁੱਛਣੀ ਹੈ ਤਾਂ ਤੁਸੀਂ ਮੈਨੂੰ ਇੰਸਟਾਗ੍ਰਾਮ ਜਾਂ ਫੇਸਬੁੱਕ 'ਤੇ ਪੁੱਛ ਸਕਦੇ ਹੋ। ਮੈਂ ਹਰ ਇੱਕ ਕੁਐਰੀ ਦਾ ਜਵਾਬ ਜਿਹੜਾ ਮੋਸਟਲੀ ਦੇ ਹੀ ਦਿੰਦਾ। ਅਤੇ ਜਿਹੜੀ 2-4 PDF ਨਹੀਂ ਆਈ ਹੈਗੀ ਉਹ ਇਕੱਠੀ ਪੈ ਜਾਣੀ ਆ। ਮੈਨੂੰ ਕਈ ਵਾਰ ਸਟੂਡੈਂਟ ਡੇਲੀ ਇੱਕੋ ਚੀਜ਼ ਯਾਦ ਕਰਾਉਂਦੇ ਰਹਿੰਦੇ, ਮੈਨੂੰ ਵੀ ਪਤਾ ਹੈ ਕਿ PDF ਰਹਿ ਗਈਆਂ ਨੇ। ਜਿੱਦਾਂ ਮੈਨੂੰ ਟਾਈਮ ਲੱਗੂਗਾ ਮੈਂ ਕਰ ਲਵਾਂਗਾ। ਬੇਸਿਕਲੀ ਜੋਬ ਤੋਂ ਬਾਅਦ ਮੈਂ ਖੁਦ ਵੀ ਪੜ੍ਹਦਾ ਅਤੇ ਤੁਹਾਨੂੰ ਵੀ ਪੜ੍ਹਾ ਰਿਹਾ ਹਾਂ, ਤਾਂ ਥੋੜ੍ਹਾ ਜਿਹਾ ਟਾਈਮ ਮੈਨੇਜਮੈਂਟ ਥੋੜ੍ਹੀ ਹੈ ਤਾਂ ਮੁਸ਼ਕਿਲ, ਪਰ ਮੈਂ ਕਰ ਰਿਹਾ ਕਿਸੇ ਨਾ ਕਿਸੇ ਤਰ੍ਹਾਂ ਤੋਂ ਮੈਨੇਜ। ਨੈਕਸਟ ਕੁਐਸਚਨ ਹੈਗਾ ਜੀ, ਏਅਰ ਕੀ ਹੈ ਆਪਣੀ, ਕਿ ਉਹ ਕੰਪਾਊਂਡ ਹੈ, ਐਲੀਮੈਂਟ ਹੈ, ਮਿਕਸਚਰ ਹੈ ਜਾਂ ਇਲੈਕਟ੍ਰੋਲਾਈਟ ਹੈ। ਬੇਸਿਕਲੀ ਜਿਹੜੀ ਆਪਣੀ ਅਰਥ ਹੈ ਨਾ ਉਹ ਗੈਸਿਸ ਦਾ ਮਿਕਸਚਰ ਹੈ, ਤਾਂ ਆਪਾਂ ਕਹਿ ਸਕਦੇ ਹਾਂ ਇੱਕ ਏਅਰ ਕੀ ਹੈ, ਇਹ ਇੱਕ ਮਿਕਸਚਰ ਹੈ। ਕਿਉਂਕਿ ਅੱਜ ਕੁਐਸਚਨ ਮੈਂ ਪਹਿਲਾਂ ਵੀ ਡਿਸਕਸ ਕਰ ਚੁੱਕਿਆ ਕਿ ਆਪਣੇ ਇਨਵਾਇਰਮੈਂਟ ਵਿੱਚ ਕਿਹੜੀ ਕਿਹੜੀ ਗੈਸ ਹੈ, ਜਿਵੇਂ ਨਾਈਟ੍ਰੋਜਨ, ਆਕਸੀਜਨ, ਆਰਗਨ, ਕਾਰਬਨ ਡਾਈਆਕਸਾਈਡ, ਨਿਓਨ, ਹੀਲੀਅਮ ਵਗੈਰਾ। ਅਤੇ ਇਹਨਾਂ ਦੇ ਤੁਸੀਂ ਬਾਈ ਵੋਲਿਊਮ ਦੇਖ ਰਹੇ ਹੋ। ਕੁਐਸਚਨ ਪੁੱਛ ਰਿਹਾ ਵੀ ਸਭ ਤੋਂ ਜ਼ਿਆਦਾ ਗੈਸ ਕਿਹੜੀ ਹੈ, ਤਾਂ ਉਹ ਹੈਗਾ ਜੀ ਨਾਈਟ੍ਰੋਜਨ 78%। ਇਸ ਕੁਐਸਚਨ ਦਾ ਆਨਸਰ ਕੀ ਹੋ ਜਾਊਗਾ, ਏਅਰ ਇਜ਼ ਏ ਮਿਕਸਚਰ ਆਫ ਗੈਸਿਸ। ਨੈਕਸਟ ਕੁਐਸਚਨ ਹੈਗਾ ਜੀ, ਇਹਨਾਂ ਵਿੱਚੋਂ ਕਿਹੜੀ ਚੀਜ਼ ਹੈ ਜੋ ਇੰਡੀਆ ਅਤੇ ਸ਼੍ਰੀਲੰਕਾ ਨੂੰ ਅੱਡ ਕਰਦੀ ਹੈ। ਸੁਏਜ਼ ਕਨਾਲ, ਪਾਕ ਸਟ੍ਰੇਟ, ਗਲਫ ਆਫ ਕੰਪਾਤ ਔਰ ਗਲਫ ਆਫ ਕੱਚ। ਇਹ ਨਾ ਆਪਾਂ ਥੋੜ੍ਹਾ ਜਿਹਾ ਸਾਊਥ ਇੰਡੀਆ ਵੱਲ ਆ ਗਏ ਹਾਂ ਜੀ। ਮੈਪ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੰਡੀਆ ਅਤੇ ਸ਼੍ਰੀਲੰਕਾ ਦੇ ਵਿੱਚ ਜਿਹੜੀ ਡਿਫਰੈਂਸ ਹੈ ਨਾ, ਆਹ ਤੁਸੀਂ ਦੇਖ ਰਹੇ ਹੋ ਨਾ, ਜਿਹੜੀ ਆ ਰੈੱਡ ਸਪੋਟ ਹੈ ਤਾਂ ਹੈਗੀ ਆ ਪਾਕ ਸਟ੍ਰੇਟ ਹੈ। ਬੇਸਿਕਲੀ ਜਿਹੜਾ ਇਹਦੇ ਵਿੱਚ L ਹੈ ਨਾ ਉਹ ਸਾਈਲੈਂਟ ਹੈ, ਅਤੇ ਇਹਨੂੰ ਆਪਾਂ ਪਾਕ ਸਟ੍ਰੇਟ ਕਹਾਂਗੇ। ਅਤੇ ਇਸ ਪਾਕ ਦਾ ਪਾਕਿਸਤਾਨ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਜੀ, ਠੀਕ ਹੈ ਨਾ। ਅਤੇ ਬੇਸਿਕਲੀ ਦੂਜਾ ਵਰਡ ਹੈ ਸਟ੍ਰੇਟ। ਹੁਣ ਸਟ੍ਰੇਟ ਕੀ ਹੁੰਦਾ, ਜੇ ਮੈਂ ਸਿੰਪਲ ਭਾਸ਼ਾ ਦੇ ਵਿੱਚ ਗੱਲ ਕਰਾਂ ਨਾ, ਆਹ ਇੱਕ ਸਟ੍ਰੇਟ ਹੈ, ਯਾਨੀ ਕਿ ਜੋ ਦੋ ਭੂ ਭਾਗ ਨੂੰ ਅੱਡ ਕਰੇ, ਯਾਨੀ ਕਿ ਜਿਹੜੇ ਧਰਤੀ ਉਹਨਾਂ ਨੂੰ ਅੱਡ ਕਰੇ। ਜਿਵੇਂ ਇੱਕ ਧਰਤੀ ਆ ਹੋ ਗਈ ਜੀ, ਇੱਕ ਧਰਤੀ ਆ ਹੋ ਗਈ, ਇਹਨਾਂ ਨੂੰ ਵੱਖ ਕਰੇ ਅਤੇ ਦੋ ਵਾਟਰ ਬੋਡੀਜ਼ ਨੂੰ ਮਿਲਾਏ। ਯਾਨੀ ਕਿ ਆਹ ਜਿਹੜਾ ਪਾਰਟ ਹੈ ਨਾ, ਜਿਵੇਂ ਆਹ ਜਿਹੜਾ ਪਾਰਟ ਹੈ ਨਾ, ਇਹਨੂੰ ਆਪਾਂ ਸਟ੍ਰੇਟ ਕਹਿ ਸਕਦੇ ਹਾਂ, ਕਿਉਂਕਿ ਇੱਧਰਲੇ ਪਾਣੀ ਨੂੰ ਵੀ ਮਿਲਾ ਰਿਹਾ ਅਤੇ ਇੱਧਰਲੇ ਨੂੰ, ਯਾਨੀ ਕਿ ਇੰਡੀਅਨ ਓਸ਼ਨ ਹੈ ਜਿੱਥੇ ਅਤੇ ਬੇ ਆਫ ਬੰਗਾਲ ਹੈ। ਇਹਨਾਂ ਦੋਨਾਂ ਦੇ ਪਾਣੀ ਨੂੰ ਆਪਸ ਦੇ ਵਿੱਚ ਮਿਲਣ ਵਿੱਚ ਹੈਲਪ ਕਰ ਰਿਹਾ ਹੈਗਾ, ਅਤੇ ਆਪਾਂ ਇਸੇ ਪਾਰਟ ਨੂੰ ਕੀ ਕਹਾਂਗੇ, ਸਟ੍ਰੇਟ ਕਹਿ ਦਾਂਗੇ। ਤਾਂ ਇਸ ਕਰਕੇ ਇਸ ਸਟ੍ਰੇਟ ਦਾ ਨਾਮ ਹੈ ਉਹ ਜੀ ਪਾਕ ਹੈਗਾ। ਤਾਂ ਪਾਕ ਸਟ੍ਰੇਟ ਜਿਹੜਾ ਇੰਡੀਆ ਅਤੇ ਸ਼੍ਰੀਲੰਕਾ ਨੂੰ ਅੱਡ ਕਰਦਾ ਹੈਗਾ। ਬਹੁਤ ਇੰਪੋਰਟੈਂਟ ਕੁਐਸਚਨ ਹੈ, ਬਹੁਤ ਵਾਰ ਪੁੱਛਿਆ ਗਿਆ ਵੀ। ਇਫ ਆਲ ਦਾ ਪਲਾਂਟਸ ਐਂਡ ਟਰੀ ਵੈਨਿਸ਼ ਫਰੋਮ ਦਾ ਅਰਥ ਦਾ ਗੈਸ ਵਿਚ ਵਿਲ ਡਿਕਰੀਜ਼। ਕਹਿੰਦਾ ਵੀ ਜੇਕਰ ਮੰਨ ਲਓ ਧਰਤੀ ਦੇ ਉੱਪਰ ਜਿੰਨੇ ਵੀ ਰੁੱਖ ਨੇ, ਪੇੜ ਨੇ, ਪੌਦੇ ਨੇ, ਸਭ ਖਤਮ ਹੋ ਜਾਣ, ਇੱਕ ਵੀ ਪੌਦਾ ਨਾ ਰਹੇ, ਤਾਂ ਉਹ ਕਿਹੜੀ ਗੈਸ ਹੈ ਜਿਹੜੀ ਘਟੂਗੀ। ਕਾਰਬਨ ਡਾਈਆਕਸਾਈਡ ਘਟੂਗੀ, ਨਾਈਟ੍ਰੋਜਨ, ਵਾਟਰ ਵੈਪਰ ਜਾਂ ਆਕਸੀਜਨ। ਇੱਕ ਵਾਰ ਤੁਸੀਂ ਸੋਚ ਕੇ ਦੇਖੋ, ਬੇਸਿਕਲੀ ਹੁੰਦਾ ਕੀ ਹੈ, ਆਪਾਂ ਨੂੰ ਸਾਹ ਲੈਣ ਲਈ ਆਕਸੀਜਨ ਦੀ ਜ਼ਰੂਰਤ ਪੈਂਦੀ ਹੈ, ਅਤੇ ਆਪਣੇ ਲਈ ਆਕਸੀਜਨ ਬਣਾਉਂਦਾ ਕੌਣ ਹੈ, ਉਹ ਪੇੜ ਪੌਦੇ ਬਣਾਉਂਦੇ ਨੇ ਜੀ। ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਆ ਫੋਟੋਸਿੰਥੇਸਿਸ ਕਰਦੇ ਨੇ, ਯਾਨੀ ਕਿ ਆਪਣਾ ਖਾਣਾ ਬਣਾਉਂਦੇ ਨੇ। ਅਤੇ ਜਦੋਂ ਵੀ ਇਹ ਖਾਣਾ ਬਣਾਉਂਦੇ ਨੇ ਕਰਦੇ ਕੀ ਨੇ, ਕਾਰਬਨ ਡਾਈਆਕਸਾਈਡ ਨੂੰ ਲੈਂਦੇ ਨੇ, ਠੀਕ ਹੈ ਨਾ। ਇਹਦੇ ਵਿੱਚ ਕਾਰਬਨ ਡਾਈਆਕਸਾਈਡ ਦੀ ਜ਼ਰੂਰਤ ਹੁੰਦੀ ਹੈ ਅਤੇ ਆਕਸੀਜਨ ਨੂੰ ਛੱਡਦੇ ਨੇ। ਅਤੇ ਜੇਕਰ ਆਹ ਆਕਸੀਜਨ ਨੂੰ ਬਣਾਉਣਾ ਹੀ ਛੱਡ ਦੇਣਗੇ ਤਾਂ ਕਿਹਦੀ ਮਾਤਰਾ ਘਟੂਗੀ। ਕੁਆਇਟ ਓਬਵੀਅਸ ਹੈ ਕਿ ਆਕਸੀਜਨ ਦੀ ਮਾਤਰਾ ਘਟੂਗੀ। ਹਾਲਾਂਕਿ ਜਿਹੜਾ ਥੱਲੇ ਐਕਸਪਲੇਨੇਸ਼ਨ ਦੇ ਵਿੱਚ ਆਹੀ ਲਿਖਿਆ ਹੋਇਆ ਕਿ ਫੋਟੋਸਿੰਥੇਸਿਸ ਹੁੰਦਾ ਹੈਗਾ, ਜਿੱਥੇ ਕਿ ਆ ਹਵਾ ਵਿੱਚੋਂ ਕਾਰਬਨ ਡਾਈਆਕਸਾਈਡ ਲੈਂਦੇ ਨੇ ਅਤੇ ਆਕਸੀਜਨ ਰਿਲੀਜ਼ ਕਰਦੇ ਨੇ ਐਟਮੋਸਫੇਅਰ ਦੇ ਵਿੱਚੋਂ। ਜੇਕਰ ਐਟਮੋਸਫੇਅਰ ਵਿੱਚ ਆਕਸੀਜਨ ਰਿਲੀਜ਼ ਕਰਨਾ ਬੰਦ ਕਰ ਦੇਣਗੇ ਤਾਂ ਆਕਸੀਜਨ ਲੈਵਲ ਓਬਵੀਅਸ ਹੀ ਗੱਲ ਹੈ, ਉਹਦੀ ਕੁਆਂਟਿਟੀ ਘਟੂਗੀ। ਉਸ ਤੋਂ ਬਾਅਦ ਇਹ 4 ਆਪਸ਼ਨ ਦਿੱਤੇ ਨੇ, ਫੋਟੋਸਿੰਥੇਸਿਸ, ਰੈਸਪੀਰੇਸ਼ਨ, ਡੀਕੇ ਆਫ ਆਰਗੈਨਿਕ ਮੈਟਰ ਅਤੇ ਵੋਲਕੈਨਿਕ ਐਕਸ਼ਨ। ਇਹਨਾਂ ਚਾਰਾਂ ਵਿੱਚੋਂ ਕਿਹੜੀ ਐਕਟੀਵਿਟੀ ਹੈ ਜਿਹੜੀ ਕਾਰਬਨ ਡਾਈਆਕਸਾਈਡ ਬਣਾਉਂਦੀ ਹੈ। ਜੇਕਰ ਮੈਂ ਕਾਰਬਨ ਸਾਈਕਲ ਦੀ ਗੱਲ ਕਰਾਂ ਅਰਥ ਦੇ ਉੱਪਰ, ਕਾਰਬਨ ਡਾਈਆਕਸਾਈਡ ਦਾ ਫਾਇਦਾ ਕਰਦੀ ਹੈ। ਦੇਖੋ ਜੀ, ਰੈਸਪੀਰੇਸ਼ਨ, ਜਿਵੇਂ ਆਪਾਂ ਸਾਹ ਲੈ ਰਹੇ ਹਾਂ, ਆਪਾਂ ਇਨਟੇਕ ਕੀ ਕਰ ਰਹੇ ਹਾਂ ਅਤੇ ਛੱਡ ਕੀ ਰਹੇ ਹਾਂ, ਆਪਾਂ ਆਕਸੀਜਨ ਲੈ ਰਹੇ ਹਾਂ ਜੀ ਅਤੇ ਕਾਰਬਨ ਡਾਈਆਕਸਾਈਡ ਛੱਡ ਰਹੇ ਹਾਂ। ਦੈਟ ਮੀਨਸ ਆਪਾਂ ਕਿਤੇ ਨਾ ਕਿਤੇ ਕਾਰਬਨ ਸਾਈਕਲ ਦੇ ਵਿੱਚ ਹੈਲਪ ਕਰ ਰਹੇ ਹਾਂ। ਤਾਂ ਦੂਜਾ ਆਪਸ਼ਨ ਤਾਂ ਬਿਲਕੁਲ ਸਹੀ ਹੈ ਜੀ। ਉਸ ਤੋਂ ਬਾਅਦ ਹੈ ਵੋਲਕੈਨਿਕ ਐਕਸ਼ਨ, ਯਾਨੀ ਕਿ ਜਦੋਂ ਵੀ ਜਵਾਲਾਮੁਖੀ ਫਟਦਾ ਹੈ ਤਾਂ ਉਹਦੇ ਵਿੱਚ ਵੀ ਕਾਰਬਨ ਡਾਈਆਕਸਾਈਡ ਰਿਲੀਜ਼ ਹੁੰਦੀ ਹੈ। ਅਤੇ ਜਦੋਂ ਵੀ ਆਰਗੈਨਿਕ ਮੈਟਰ ਦਾ ਡੀਕੇ ਹੁੰਦਾ ਹੈਗਾ, ਉਸ ਟਾਈਮ ਵੀ ਕਾਰਬਨ ਡਾਈਆਕਸਾਈਡ ਹੈ ਜਿਹੜੀ ਕਾਰਬਨ ਸਾਈਕਲ ਹੈ ਉਹਦੇ ਵਿੱਚੋਂ ਹੈਲਪ ਕਰਦਾ। ਜਿਹੜਾ ਫੋਟੋਸਿੰਥੇਸਿਸ ਹੈ ਨਾ, ਹੁਣ ਮੈਂ ਤੁਹਾਨੂੰ ਦੱਸ ਕੇ ਹਟਿਆ ਜੀ, ਫੋਟੋਸਿੰਥੇਸਿਸ ਨੂੰ ਤਾਂ ਖੁਦ ਆਕਸੀਜਨ, ਕਾਰਬਨ ਡਾਈਆਕਸਾਈਡ ਦੀ ਜ਼ਰੂਰਤ ਪੈਂਦੀ ਹੈ। ਦੱਸਿਆ ਸੀ ਨਾ ਫੋਟੋਸਿੰਥੇਸਿਸ ਕਿ ਐਟਮੋਸਫੇਅਰ ਤੋਂ ਜਿਹੜਾ ਪਲਾਂਟ ਹੈ ਨਾ, ਉਹ ਇਨ ਦਾ ਐਬਸੈਂਸ ਆਫ ਸਨਲਾਈਟ ਕੀ ਕਰਦਾ ਹੈਗਾ, ਕਾਰਬਨ ਡਾਈਆਕਸਾਈਡ ਲੈਂਦਾ ਹੈਗਾ ਅਤੇ ਆਕਸੀਜਨ ਛੱਡਦਾ ਹੈਗਾ। ਦੈਟ ਮੀਨਸ ਆ ਕਾਰਬਨ ਸਾਈਕਲ ਦੇ ਵਿੱਚ ਐਡ ਨਹੀਂ ਕਰਦਾ, ਮਾਈਨਸ ਕਰਦਾ ਹੈਗਾ। ਯਾਨੀ ਕਿ ਜੇਕਰ ਮੈਂ ਪਹਿਲੇ ਆਪਸ਼ਨ ਨੂੰ ਛੱਡਦਾ, ਬਾਕੀ ਸਾਰੇ ਸਹੀ ਨੇ, 2, 3 ਐਂਡ 4। ਇੱਕ ਚਾਰਟ ਵੀ ਤੁਸੀਂ ਦੇਖ ਲੈਣਾ ਜੀ। ਵੋਲਕੈਨਿਕ ਐਕਸ਼ਨ, ਰੈਸਪੀਰੇਸ਼ਨ, ਬਰਨਿੰਗ ਆਫ ਫੋਸਿਲ ਫਿਊਲ ਕੰਟਰੀਬਿਊਟ ਟੂ ਕਾਰਬਨ ਡਾਈਆਕਸਾਈਡ, ਅਤੇ ਜਿਹੜਾ ਫੋਟੋਸਿੰਥੇਸਿਸ ਹੈ ਉਹ ਹੈਲਪ ਨਹੀਂ ਕਰਦਾ ਹੈਗਾ। ਨੈਕਸਟ ਪੁੱਛਿਆ ਗਿਆ ਕਿ ਇਹਨਾਂ ਵਿੱਚੋਂ ਕਿਹੜਾ ਐਕਟ ਹੈ ਜਿਹੜਾ ਇਕੋਲੋਜੀਕਲ ਬੈਲੈਂਸ ਨੂੰ ਡਿਸਟਰਬ ਕਰਦਾ ਹੈਗਾ। ਲੰਬਰਿੰਗ, ਸੋਸ਼ਲ ਫੋਰੈਸਟਰੀ, ਵਨ ਮਹੋਤਸਵ ਔਰ ਅਫੋਰੈਸਟੇਸ਼ਨ। ਅਫੋਰੈਸਟੇਸ਼ਨ ਦਾ ਮਤਲਬ ਹੈਗਾ ਜੀ ਪੇੜ ਲਾਉਣਾ। ਦੈਟ ਮੀਨਸ ਡਿਸਟਰਬ ਨਹੀਂ ਕਰਦਾ, ਇਹਨੂੰ ਮੇਨਟੇਨ ਕਰਨ ਦੇ ਵਿੱਚ ਹੈਲਪ ਕਰਦਾ। ਅਤੇ ਵਨ ਮਹੋਤਸਵ ਵੀ ਆਪਾਂ ਉਸੇ ਤਰ੍ਹਾਂ ਦਾ ਕਹਿ ਸਕਦੇ ਹਾਂ ਕਿ ਵਨ ਦੇ ਬਾਰੇ ਜਿਹੜਾ ਹੈਗਾ ਉਹ ਮਹੋਤਸਵ ਹੈ ਕਿ
ਪੇੜ ਲਾਉਣੇ ਚਾਹੀਦੇ ਆ, ਕਿੱਦਾਂ ਆਪਾਂ ਇਕੋਲੋਜੀਕਲ ਬੈਲੈਂਸ ਬਣਾ ਸਕਦੇ ਹਾਂ, ਉਹਦੇ ਬਾਰੇ ਹੀ ਦੱਸਦਾ ਹੈਗਾ ਚੀਜ਼ਾਂ। ਤਾਂ 2 ਆਪਸ਼ਨ ਤਾਂ ਨਹੀਂ ਹੈਗੇ ਜੀ। ਫਿਰ ਗੱਲ ਹੈ ਸੋਸ਼ਲ ਫੋਰੈਸਟਰੀ ਦੀ। ਸੋਸ਼ਲ ਫੋਰੈਸਟਰੀ ਕੀ ਹੁੰਦਾ ਹੈ? ਮੈਨੇਜਮੈਂਟ ਅਤੇ ਪ੍ਰੋਟੈਕਸ਼ਨ ਆਫ ਫੋਰੈਸਟ ਹੁੰਦਾ ਹੈ। ਯਾਨੀ ਕਿ ਜਿਹੜੇ ਬੇਰਨ ਲੈਂਡ ਨੇ, ਬੰਜਰ ਭੂਮੀਆਂ ਨੇ, ਉਹਨਾਂ ਨੂੰ ਕਿੱਦਾਂ ਉਪਜਾਊ ਬਣਾਇਆ ਜਾਵੇ, ਕਿੱਦਾਂ ਪੇੜ ਲਾਏ ਜਾਣ, ਉਸ ਬਾਰੇ ਗੱਲ ਕਰਦਾ ਹੈਗਾ। ਤਾਂ ਆਪਾਂ ਨੂੰ ਪਤਾ ਲੱਗਿਆ ਕਿ ਆਪਣਾ ਆਨਸਰ ਤਾਂ ਲੰਬਰਿੰਗ ਹੈ ਜੀ, ਕਿ ਇਹ ਇਕੋਲੋਜੀਕਲ ਬੈਲੈਂਸ ਨੂੰ ਡਿਸਟਰਬ ਕਰਦਾ ਹੈਗਾ। ਕਿਉਂ? ਬਿਕੋਜ਼ ਪੌਦਿਆਂ ਨੂੰ ਨਾ, ਪੇੜਾਂ ਨੂੰ ਇਸ ਤਰ੍ਹਾਂ ਕੱਟਿਆ ਜਾਂਦਾ ਹੈਗਾ ਤਾਂ ਕਿ ਇਹਨਾਂ ਵਿੱਚੋਂ ਨਾ ਪੇੜਾਂ ਦੇ ਬਲੋਕਸ ਬਣਾਉਣ, ਇੱਦਾਂ ਜਿਹੜੇ ਕੁਛ ਬਿਲਡਿੰਗ ਬਣਾਉਣ ਦੇ ਲਈ ਨਾ, ਜਾਂ ਇਹਨਾਂ ਦੇ ਵਿੱਚੋਂ ਕੁਛ ਨਾ ਕੁਛ ਹੈਲਪ ਕਰਦਾ ਹੈਗਾ ਕਿ ਕੁਛ ਨਾ ਕੁਛ ਬਣਾਇਆ ਜਾਵੇ ਹਿਊਮਨ ਨੀਡਸ ਦੇ ਅਨੁਸਾਰ। ਹਿਊਮਨ ਨੀਡ ਨੂੰ ਪੂਰਾ ਕਰਦਾ ਹੈਗਾ ਅਤੇ ਇਕੋਲੋਜੀਕਲ ਬੈਲੈਂਸ ਨੂੰ ਡਿਸਟਰਬ ਕਰਦਾ ਹੈਗਾ। ਆਨਸਰ ਹੋ ਜਾਊਗਾ ਆਪਸ਼ਨ ਨੰਬਰ ਏ। ਉਸ ਤੋਂ ਬਾਅਦ ਹੈਗਾ ਜੀ, ਇਹਨਾਂ ਵਿੱਚੋਂ ਕਿਹੜੇ ਇਨਵਾਇਰਮੈਂਟਲਿਸਟ ਨੇ ਜਿਨ੍ਹਾਂ ਨੂੰ ਜਲ ਪੁਰਸ਼ ਕਿਹਾ ਜਾਂਦਾ ਹੈਗਾ? ਤਾਂ ਆਹ ਨੇ ਜੀ ਰਾਜਿੰਦਰ ਸਿੰਘ। ਆਪਣੇ ਰਾਸ਼ਟਰਪਤੀ ਵਾਲੇ ਰਾਜਿੰਦਰ ਨਹੀਂ ਹੈਗੇ ਜੀ, ਆਹ ਰਾਜਿੰਦਰ ਸਿੰਘ ਨੇ। ਮੈਂ ਇਮੇਜ ਦਿਖਾ ਦੇਣਾ ਇਹਨਾਂ ਦੀ। ਇਹਨਾਂ ਨੂੰ ਵਾਟਰਮੈਨ ਆਫ ਇੰਡੀਆ ਕਿਹਾ ਜਾਂਦਾ। ਵਾਟਰਮੈਨ ਮਤਲਬ ਜਲ ਪੁਰਸ਼। ਬੇਸਿਕਲੀ ਇਹਨਾਂ ਦੇ ਐਫਰਟ ਸੀਗੇ ਵਾਟਰ ਹਾਰਵੈਸਟਿੰਗ ਅਤੇ ਵਾਟਰ ਮੈਨੇਜਮੈਂਟ ਲਈ, ਇਸੇ ਕਰਕੇ ਇਹਨਾਂ ਨੂੰ ਜਲ ਪੁਰਸ਼ ਕਿਹਾ ਜਾਂਦਾ ਹੈ। ਰਾਜਿੰਦਰ ਸਿੰਘ ਜੀ ਇਹਨਾਂ ਦਾ ਨਾਮ ਹੈਗਾ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਹੌਟਸਪੌਟ ਆਫ ਬਾਇਓਡਾਇਵਰਸਿਟੀ ਇਨ ਇੰਡੀਆ ਆਰ। ਬੇਸਿਕਲੀ ਹੌਟਸਪੌਟ ਜਿਹੜੇ ਬਾਇਓਡਾਇਵਰਸਿਟੀ ਦੇ ਨੇ, ਯਾਨੀ ਕਿ ਜਿੱਥੇ ਜ਼ਿਆਦਾ ਤਰ੍ਹਾਂ ਦੀ ਅਡਲਟ ਸਪੀਸੀਜ਼ ਪਾਈ ਜਾਂਦੀ ਹੈ, ਅਤੇ ਉਹਨਾਂ ਨੂੰ ਥੋੜ੍ਹਾ ਜਿਹਾ ਖਤਰਾ ਵੀ ਹੈ ਕਿ ਕਿਤੇ ਹਿਊਮਨ ਐਕਟੀਵਿਟੀਜ਼ ਕਰਕੇ ਉੱਥੇ ਵੀ ਨੁਕਸਾਨ ਨਾ ਹੋ ਜਾਏ, ਤਾਂ ਉਨ ਪਰਟੀਕੂਲਰ ਏਰੀਆ ਨੂੰ ਬਾਇਓਡਾਇਵਰਸਿਟੀ ਹੌਟਸਪੌਟ ਕਹਿ ਦਿੱਤਾ ਜਾਂਦਾ ਹੈਗਾ। ਅਤੇ ਇੰਡੀਆ ਦੇ ਵਿੱਚ ਬੇਸਿਕਲੀ ਟੋਟਲ 4 ਬਾਇਓਡਾਇਵਰਸਿਟੀ ਹੌਟਸਪੌਟ ਨੇ। ਪਹਿਲਾ ਹੈਗਾ ਈਸਟਰਨ ਹਿਮਾਲਿਆ, ਵੈਸਟਰਨ ਘਾਟ। ਜਿਵੇਂ ਨਾ ਹਲਕਾ ਜਿਹਾ ਇੱਕ ਇੰਡੀਆ ਦਾ ਮੈਪ ਬਣਾਵਾਂ ਨਾ ਬੇਸਿਕਲੀ, ਠੀਕ ਹੈ, ਮੈਂ ਥੋੜ੍ਹਾ ਸਾਊਥ ਪਾਰਟ ਹੀ ਲੈ ਰਿਹਾ ਹੈਗਾ। ਹੁਣ ਆਪਾਂ ਦੇਖਾਂਗੇ ਈਸਟਰਨ ਹਿਮਾਲਿਆ, ਕਿਉਂਕਿ ਹਿਮਾਲਿਆ ਵਾਲਾ ਪਾਰਟ ਇਹ ਹੈ ਨਾ, ਤਾਂ ਇਹਦਾ ਈਸਟਰਨ ਪਾਰਟ ਹੈ ਜਿਹੜਾ ਉੱਥੇ ਹੈਗਾ। ਫਿਰ ਗੱਲ ਕਰਦੇ ਹਾਂ ਵੈਸਟਰਨ ਘਾਟ, ਜਿਹੜਾ ਆਹ ਵਾਲਾ ਪਾਰਟ ਹੈਗਾ ਇੰਡੀਆ ਦਾ, ਠੀਕ ਹੈ ਜੀ। ਇਸ ਵਾਲੇ ਪਾਰਟ ਨੂੰ ਆਪਾਂ ਕੀ ਕਹਾਂਗੇ? ਵੈਸਟਰਨ ਘਾਟ ਕਹਾਂਗੇ। ਅਤੇ ਇੰਡੋ ਮਾਇਨਮਾਰ ਬਾਰਡਰ ਜਿਹੜਾ ਇੱਥੇ ਏਰੀਆ ਪੈਂਦਾ ਹੈਗਾ, ਇੱਕ ਇੱਥੇ ਵੀ ਹੈ। ਉਸ ਤੋਂ ਬਾਅਦ ਹੈ ਸੰਡਾਲੈਂਡ। ਸੰਡਾਲੈਂਡ ਬੇਸਿਕਲੀ ਉਹ ਪਾਰਟ ਨੇ ਜਿਹਦੇ ਵਿੱਚ ਆਪਾਂ ਨਿਕੋਬਾਰ ਆਈਲੈਂਡ ਨੂੰ ਤਾਂ ਲੈ ਲੈਂਦੇ ਹਾਂ, ਬਟ ਅੰਡੇਮਾਨ ਆਈਲੈਂਡ ਦੇ ਗਰੁੱਪਸ ਨੂੰ ਨਹੀਂ ਲੈਂਦੇ ਹੈਗੇ। ਆਹ ਕੁਝ 4 ਫੋਟੋਜ਼ ਨੇ, ਇਹ ਤੁਸੀਂ ਦੇਖ ਪਾ ਰਹੇ ਹੋ ਕਿ ਵੈਸਟਰਨ ਘਾਟ ਦੇ ਬਾਰੇ ਗੱਲ ਕਰ ਰਿਹਾ, ਈਸਟਰਨ ਹਿਮਾਲਿਆ ਦੇ ਬਾਰੇ ਗੱਲ ਕਰ ਰਿਹਾ। ਕਿਉਂਕਿ ਜਿਹੜਾ ਸੁੰਡਾਲੈਂਡ ਹੈ ਨਾ ਜੀ, ਮੇਬੀ ਇਹਨੂੰ ਸੰਡਾਲੈਂਡ ਵੀ ਕਹਿੰਦੇ ਹੋਣ, ਮੈਨੂੰ ਕਰੈਕਟ ਪ੍ਰੋਨਾਂਸ ਨਹੀਂ ਕਰ ਪਾ ਰਿਹਾ ਹੈਗਾ। ਇਹਦੇ ਵਿੱਚ ਕਿਹੜੇ ਕਿਹੜੇ ਨੇ ਜੀ ਗਰੁੱਪ? ਨਿਕੋਬਾਰ ਦੇ ਗਰੁੱਪ ਨੇ, ਇੰਡੋਨੇਸ਼ੀਆ, ਮਲੇਸ਼ੀਆ, ਸਿੰਗਾਪੁਰ, ਬਰੂਨਾਈ, ਫਿਲੀਪੀਨਸ, ਇਹ ਸਾਰੇ ਹੀ ਗਰੁੱਪ ਨੇ। ਤਾਂ ਇਹਦੇ ਵਿੱਚ ਬੇਸਿਕਲੀ ਧਿਆਨ ਰੱਖਣਾ ਜੀ, ਨਿਕੋਬਾਰ ਆਈਲੈਂਡ ਹੈ, ਅੰਡੇਮਾਨ ਨਹੀਂ ਹੈਗਾ। ਮੈਂ ਮੈਂਸ਼ਨ ਵੀ ਕੀਤਾ ਹੈਗਾ, ਨੋਟ ਇਨਕਲੂਡਸ। ਤਾਂ ਇਸ ਦਿੱਤੇ ਗਏ ਆਪਸ਼ਨ ਵਿੱਚ ਆਪਾਂ ਕੀ ਦੇਖ ਸਕਦੇ ਹਾਂ ਜੀ? ਵੈਸਟਰਨ ਹਿਮਾਲਿਆ ਬੋਲਤਾ, ਵੈਸਟਰਨ ਹਿਮਾਲਿਆ ਬੋਲਤਾ, ਗਲਤ ਹੋ ਜਾਣਗੇ। ਸਾਇਲੈਂਟ ਵੈਲੀ ਕਿਤੇ ਵੀ ਨਹੀਂ ਹੈਗਾ, ਦੈਟ ਮੀਨਸ ਆਪਣਾ ਆਨਸਰ ਕੀ ਹੋ ਜਾਊਗਾ? ਆਪਸ਼ਨ ਨੰਬਰ ਸੀ, ਈਸਟਰਨ ਹਿਮਾਲਿਆ। ਨੈਕਸਟ ਕੁਐਸਚਨ ਹੈ ਆਪਣਾ, ਆਈ ਥਿੰਕ ਆਹ ਲਾਸਟ ਕੁਐਸਚਨ ਹੀ ਸੀਗਾ ਆਪਣਾ ਜੀ। ਅਤੇ ਇੱਥੇ ਆਪਣੀ ਅੱਜ ਦੀ ਜਿਹੜੀ ਸੀਰੀਜ਼ ਹੈ ਉਹ ਖਤਮ ਹੁੰਦੀ ਹੈ। ਸੀਰੀਜ਼ ਤਾਂ ਨਹੀਂ ਕਹਿ ਸਕਦੇ ਆਪਾਂ, ਵੀਡੀਓ ਖਤਮ ਹੁੰਦੀ ਹੈ, ਕਿਉਂਕਿ ਹਲੇ ਬਹੁਤ ਪਾਰਟ ਮੈਂ ਲੈ ਕੇ ਆਉਣ ਵਾਲਾ ਹਾਂ। ਅਤੇ ਜੇਕਰ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅਤੇ ਆਪਣੇ ਸਟੱਡੀ ਗਰੁੱਪ ਵਿੱਚ ਸ਼ੇਅਰ ਕਰਿਓ ਤਾਂ ਕਿ ਹੋਰ ਲੋਕ ਵੀ ਆਪਣੇ ਨਾਲ ਜੁੜ ਪਾਉਣ। ਸੋ ਥੈਂਕਸ ਫॉर ਵਾਚਿੰਗ ਜੀ। ਕੋਈ ਕੁਐਰੀ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ ਕਮੈਂਟ ਸੈਕਸ਼ਨ ਵਿੱਚ, ਕਮੈਂਟ ਕਰ ਦੇਣਾ, ਜਾਂ ਫਿਰ ਮੈਂ ਇੰਸਟਾਗ੍ਰਾਮ, ਫੇਸਬੁੱਕ ਦਾ ਲਿੰਕ ਦੇ ਹੀ ਦਿੱਤਾ ਹੈਗਾ, ਟੈਲੀਗ੍ਰਾਮ ਦਾ ਲਿੰਕ ਵੀ ਦਿੱਤਾ ਹੈਗਾ, ਉੱਥੇ ਵੀ ਤੁਸੀਂ ਆਪਣੀ ਕੁਐਰੀਜ਼ ਪੁੱਟ ਕਰ ਸਕਦੇ ਹੋ। ਤਾਂ ਥੈਂਕਸ ਫॉर ਵਾਚਿੰਗ ਜੀ, ਜਲਦੀ ਮਿਲਾਂਗੇ। ਜੈ ਹਿੰਦ।